2022 ਨੂੰ ਲੈ ਕੇ ਆਪਣੀਆਂ ਸੀਟਾਂ ਜਿਹੜੀਆਂ ਪੱਕੀਆਂ ਕਰ ਰਹੇ ਸੀ, ਪਰ ਗੁਰਨਾਮ ਸਿੰਘ ਚੜੂਨੀ ਦੇ ਬਿਆਨ ਤੋਂ ਬਾਅਦ ਸ਼ਾਇਦ ਸਾਰਿਆਂ ਨੂੰ ਆਪਣੀ ਸੀਟਾਂ ਦੀ ਪੈ ਗਈ। आखिर सारे कानून सत्ता तो बनते हैं ते सत्ता बनाने वाली जनता है जी। सत्ता बनाने वाले आम लोग है, किसान मजदूर दुकान वाले आम लोग जी बिल्कुल। और हो की रहा है देश दे विच। आखिर फिर देश बर्बाद क्यों हो रहा है? जो बनाने वाले असी हाँ ते फिर सरकार साडी होनी चाहिए है ना, फिर असी बर्बाद क्यों हो रहे हैं? ਇਹ ਉਹ 3% ਨੇ ਜਿਨ੍ਹਾਂ ਦਾ ਇੱਕ ਵੀ ਬੇਟਾ ਨਾ ਤੇ ਸੀਮਾ ਤੇ ਸ਼ਹੀਦ ਹੋਇਆ, ਜਿਨ੍ਹਾਂ ਦਾ ਇੱਕ ਵੀ ਬੇਟਾ ਆਜ਼ਾਦੀ ਦੀ ਲੜਾਈ ਦੇ ਵਿੱਚ ਸ਼ਹੀਦ ਨਹੀਂ ਹੋਇਆ। ਕੀ 5 ਜੂਨ ਤੋਂ ਪਹਿਲਾਂ ਅਸੀਂ ਸਵਰਗ ਦੇ ਵਿੱਚ ਸੀ? ਕੀ 5 ਜੂਨ ਤੋਂ ਪਹਿਲਾਂ ਸਾਰਾ ਕੁਝ ਠੀਕ ਸੀ? ਕੀ 5 ਜੂਨ ਤੋਂ ਪਹਿਲਾਂ ਕੋਈ ਸਾਨੂੰ ਤਕਲੀਫ ਨਹੀਂ ਸੀ? ਆਪਾਂ ਪਿਛਲੇ 20 ਸਾਲ ਦੇ ਵਿੱਚ ਫਿਰ 3.5-4 ਲੱਖ ਜਿਹੜੇ ਰਿਕਾਰਡ ਦੇ ਵਿੱਚ ਆਏ ਨੇ, ਉਹ ਕਿਉਂ ਮਰੇ? ਕਰਜ਼ੇ ਤੋਂ ਦਬ ਕੇ। ਕੋਈ ਪੂੰਜੀਪਤੀ ਮਰਿਆ? ਵੀ ਫੈਕਟਰੀ 10,000 ਕਰੋੜ ਦੀ ਸੀ ਤੇ ਹੁਣ ਉਹ ਰਹਿ ਗਈ 5,000 ਕਰੋੜ ਦੀ, ਤੇ ਵਿਆਜ ਹੋਰ ਬਣ ਗਏ 5,000 ਕਰੋੜ ਦਾ, 10,000 ਕਰੋੜ ਵਿਆਜ ਹੋਰ ਬਣ ਗਿਆ, ਤੇ ਵਿਆਜ ਪੈਸਾ ਬਣ ਗਿਆ 20,000 ਕਰੋੜ। ਫੈਕਟਰੀ ਰਹਿ ਗਈ 5,000 ਕਰੋੜ ਦੀ, 15,000 ਕਰੋੜ ਐਨਪੀਏ ਹੋ ਗਿਆ ਜੀ। ਅੱਜ 15 ਲੱਖ ਕਰੋੜ ਦਾ ਐਨਪੀਏ ਹੋ ਗਿਆ, 15 ਲੱਖ ਕਰੋੜ ਦਾ। ਇੱਕ ਮੰਤਰੀ ਹੈ, ਅਰਬਪਤੀ ਹੈ, ਖਰਬਪਤੀ ਹੈ, ਉਹਦੇ ਘਰ ਦਾ ਕੋਈ ਜੀ ਬਿਮਾਰ ਹੁੰਦਾ ਹੈ, ਉਹ ਇਲਾਜ ਕਰਾਉਂਦਾ ਜਾ ਕੇ ਅਮਰੀਕਾ 'ਚ, 5 ਕਰੋੜ ਖਰਚ ਆਉਂਦਾ ਹੈ, ਸਰਕਾਰ ਖਰਚਦੀ ਹੈ। ਜੇ ਇੱਕ ਗਰੀਬ ਆਦਮੀ ਬਿਮਾਰ ਹੁੰਦਾ ਉਹਦਾ ਖਰਚਾ ਕੌਣ ਦੇਗਾ? ਮਰ ਜਾ। ਕਹਿੰਦੇ ਨਹੀਂ ਕਿਸਾਨਾਂ ਨੂੰ ਰਾਜਨੀਤੀ 'ਚ ਨਹੀਂ ਆਉਣਾ ਚਾਹੀਦਾ, ਕਿਉਂ? ਕਿਸੇ ਦੇ ਪਿਓ ਦੀ ਰਾਜਨੀਤੀ, ਕਿਸਾਨਾਂ ਨੂੰ ਰਾਜਨੀਤੀ 'ਚ ਨਹੀਂ ਆਉਣਾ ਚਾਹੀਦਾ, ਇਹ ਪਾਪ ਹੈ। ਜੇ ਇਹ ਪਾਪ ਹੈ ਫਿਰ ਉਹ ਪਾਪ ਕਿਉਂ ਕਰ ਰਹੇ ਨੇ? ਉਹਨਾਂ ਪਾਪੀਆਂ ਨੂੰ ਮਾਰੋ ਪਹਿਲਾਂ, ਜਿਨ੍ਹਾਂ ਲੁੱਟਿਆ ਸਾਡਾ ਦੇਸ਼। ਮੈਂ ਕਹਿੰਦਾ ਇਹ ਮਾਡਰਨ ਡਾਕੂ ਨੇ ਜੀ। ਪਹਿਲਾਂ ਡਾਕੂ ਚੰਬਲ ਦੀ ਘਾਟੀ 'ਚ ਹੁੰਦੇ ਸੀ, ਉਹ ਵਿਧਾਨ ਸਭਾ ਤੇ ਸੰਸਦ ਦੇ ਵਿੱਚ ਬਹਿ ਗਏ ਨੇ ਆ ਕੇ। ਇਹ ਮਾਡਰਨ ਡਾਕੂ ਨੇ, ਕਾਨੂੰਨ ਬਣਾ ਕੇ ਲੁੱਟਦੇ ਨੇ। ਕਿਵੇਂ ਆ ਕੇ ਕੱਪੜੇ ਵੰਡ ਰਹੇ ਨੇ, ਕਿਵੇਂ ਆ ਕੇ ਲੋਕ ਲੰਗਰ ਚਲਾ ਰਹੇ ਨੇ। ਜੇ ਕਿਤੇ ਉਹਨਾਂ ਦੀ ਸਮਝ 'ਚ ਆ ਜਾਏ ਨਾ, ਜੇ ਕਿਤੇ ਉਹ ਫ੍ਰੀ ਲੰਗਰ ਚਲਾ ਦੇਣ ਨਾ, ਕਿਤੇ ਉਹ ਭੁੱਖਿਆਂ ਨੂੰ ਦੇਣ ਲੱਗ ਜਾਣ ਨਾ, ਕਿਤੇ ਉਹ ਨੰਗਿਆਂ ਨੂੰ ਕੱਪੜੇ ਦੇਣ ਲੱਗ ਜਾਣ ਨਾ, ਇਹ ਦੇਸ਼ ਸਵਰਗ ਬਣ ਗਿਆ। ਇਹ ਜਿਹੜਾ ਅੰਗਰੇਜ਼ ਹੈ, ਇਹ ਆਪਣੇ ਦੇਸ਼ ਦਾ ਫਾਇਦਾ ਕਰਨ ਵਾਸਤੇ ਤੁਹਾਡੇ ਦੇਸ਼ ਨੂੰ ਲੁੱਟ ਰਿਹਾ ਸੀ, ਪਰ ਤੁਸੀਂ ਉਹ ਨੇਤਾ ਹੋ ਜਿਹੜੇ ਦੂਜੇ ਦੇਸ਼ ਦਾ ਫਾਇਦਾ ਕਰਨ ਵਾਸਤੇ ਆਪਣੇ ਦੇਸ਼ ਨੂੰ ਲੁੱਟ ਰਹੇ ਹੋ, ਆਪਣੇ ਦੇਸ਼ ਦਾ ਪੈਸਾ ਲੁੱਟ ਕੇ ਬਾਹਰ ਜਮਾ ਕਰਾ ਕੇ ਆ ਰਹੇ ਹੋ। ਸਿੱਖ ਸੰਗਤ ਟੀਵੀ ਦੇਖ ਰਹੇ ਸਾਰੇ ਹੀ ਦੇਸ਼ ਦੇ ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਆਪ ਜੀ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਹੀ ਵੀਡੀਓ ਵਾਇਰਲ ਕੀਤੀ ਜਾ ਰਹੀ, ਜਿੱਥੇ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ ਕਈ 2022 ਨੂੰ ਲੈ ਕੇ ਆਪਣੀਆਂ ਸੀਟਾਂ ਜਿਹੜੀਆਂ ਪੱਕੀਆਂ ਕਰ ਰਹੇ ਸੀ, ਪਰ ਗੁਰਨਾਮ ਸਿੰਘ ਚੜੂਨੀ ਦੇ ਬਿਆਨ ਤੋਂ ਬਾਅਦ ਸ਼ਾਇਦ ਸਾਰਿਆਂ ਨੂੰ ਆਪਣੀ ਸੀਟਾਂ ਦੀ ਪੈ ਗਈ ਕਿ ਕਿਸ ਤਰ੍ਹਾਂ ਅੱਗੇ ਉਹਨਾਂ ਨੇ ਪੰਜਾਬ ਦੇ ਵਿੱਚ ਸਿਆਸਤ ਕਰਨੀ ਆ। ਤਾਂ ਗੱਲਬਾਤ ਕਰ ਲੈਣੇ ਗੁਰਨਾਮ ਸਿੰਘ ਚੜੂਨੀ ਜੀ ਦੇ ਨਾਲ ਕਿ ਉਹਨਾਂ ਦਾ ਜੋ ਮਿਸ਼ਨ ਪੰਜਾਬ ਦੀ ਗੱਲ ਹੈ ਉਹ ਅੱਜ ਪੂਰੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਅਸਲ ਰਾਜ਼ ਕੀ ਹੈ ਉਹਦਾ, ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਗੁਰਨਾਮ ਸਿੰਘ ਚੜੂਨੀ ਜੀ, ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ, ਪਰ ਤੁਹਾਡੇ ਇਸ ਬਿਆਨ ਦੇ ਨਾਲ ਅੱਜ ਪੂਰੀ ਸਿਆਸਤ ਵੀ ਹਿੱਲੀ ਹੈ ਤਾਂ ਸੋਸ਼ਲ ਮੀਡੀਆ ਤੇ ਵੀ ਚਰਚਾ ਸਿਰਫ ਤੁਹਾਡੇ ਉਸ ਬਿਆਨ ਦੀ ਹੋ ਰਹੀ ਹੈ। ਦੇਖੋ, ਮੈਂ ਤੇ ਸਿੱਧਾ ਸਾਦਾ ਜਿਹਾ ਬੰਦਾ ਵਾਂ, ਸਵੇਰ ਦਾ ਨਾਂ ਤੇ ਮੈਨੂੰ ਟੈਲੀਵਿਜ਼ਨ ਤੇ ਮੇਰੇ ਕੋਲ ਹੈ ਹੀ ਨਹੀਂ ਜੀ, ਕਿਉਂਕਿ ਇੱਥੇ ਮੋਰਚੇ ਤੇ ਬੈਠੇ ਆ ਤੇ ਸੋਸ਼ਲ ਮੀਡੀਆ ਮੈਨੂੰ ਟਾਈਮ ਨਹੀਂ ਲੱਗਾ ਦੇਖਣ ਦਾ। ਮੀਟਿੰਗ ਦੇ ਵਿੱਚ ਸੀ, ਤੁਹਾਨੂੰ ਜ਼ਿਆਦਾ ਪਤਾ ਹੋਣਾ ਜੀ, ਪਰ ਮੈਂ ਤੇ ਇੱਕ ਸਾਦਾ ਜਿਹਾ ਬਿਆਨ ਦਿੱਤਾ ਹੈ ਜੀ। ਉਹ ਕੋਈ ਮਤਲਬ ਇਹ ਨਹੀਂ ਹੈ ਕਿ ਵੀ ਮੈਂ ਕੋਈ ਸਾਦਾ ਜਿਹਾ ਬਿਆਨ ਦਿੱਤਾ ਹੈ ਵੀ ਦੇਖੋ, ਆਖਰ ਸਾਰੇ ਕਾਨੂੰਨ ਸੱਤਾ ਤੋਂ ਬਣਦੇ ਨੇ ਤੇ ਸੱਤਾ ਬਣਾਉਣ ਵਾਲੀ ਜਨਤਾ ਹੈ ਜੀ। ਸੱਤਾ ਬਣਾਉਣ ਵਾਲੇ ਆਮ ਲੋਕ ਹੈ, ਕਿਸਾਨ ਮਜ਼ਦੂਰ ਦੁਕਾਨ ਵਾਲੇ ਆਮ ਲੋਕ ਜੀ ਬਿਲਕੁਲ। ਔਰ ਹੋ ਕੀ ਰਿਹਾ ਹੈ ਦੇਸ਼ ਦੇ ਵਿੱਚ? ਆਖਰ ਫਿਰ ਦੇਸ਼ ਬਰਬਾਦ ਕਿਉਂ ਹੋ ਰਿਹਾ ਹੈ? ਜਦੋਂ ਬਣਾਉਣ ਵਾਲੇ ਅਸੀਂ ਹਾਂ ਤੇ ਫਿਰ ਸਰਕਾਰ ਸਾਡੀ ਹੋਣੀ ਚਾਹੀਦੀ ਹੈ ਨਾ, ਫਿਰ ਅਸੀਂ ਬਰਬਾਦ ਕਿਉਂ ਹੋ ਰਹੇ ਹਾਂ? ਅੰਕੜਾ ਦੇਖਣ ਦੇ ਵਿੱਚ ਜਿਹੜੀ ਇਸ ਸਾਲ ਅੰਕੜਾ ਆਇਆ ਹੈ, 97% ਲੋਕਾਂ ਦੀ ਆਮਦਨ ਘਟੀ ਹੈ, 3% ਲੋਕਾਂ ਦੀ ਆਮਦਨ ਵਧੀ ਹੈ। ਇਹ 3% ਲੋਕਾਂ ਦਾ ਦੇਸ਼ ਹੈ, ਉਹਨਾਂ ਵਾਸਤੇ ਯਾਦ ਕਰਾਇਆ ਸੀ। ਇਹ ਉਹ 3% ਨੇ ਜਿਨ੍ਹਾਂ ਦਾ ਇੱਕ ਵੀ ਬੇਟਾ ਨਾ ਤੇ ਸੀਮਾ ਤੇ ਸ਼ਹੀਦ ਹੋਇਆ, ਜਿਨ੍ਹਾਂ ਦਾ ਇੱਕ ਵੀ ਬੇਟਾ ਆਜ਼ਾਦੀ ਦੀ ਲੜਾਈ ਦੇ ਵਿੱਚ ਸ਼ਹੀਦ ਨਹੀਂ ਹੋਇਆ। ਬਿਲਕੁਲ ਉਹ ਲੋਕ ਸਾਡੇ ਤੇ ਰਾਜ ਕਰ ਰਹੇ ਨੇ। ਵੋਟਾਂ ਸਾਡੀਆਂ, ਪ੍ਰਾਪਰਟੀ ਸਾਡੇ ਘਰ ਦੇ ਵਿੱਚ ਹੈ।
ਪ੍ਰਾਪਰਟੀ ਸਾਡੇ ਘਰ ਦੇ ਵਿੱਚ ਆ, ਰਾਜ ਬਣਾਉਣ ਵਾਲੀ, ਰਾਜ ਬਣਾਉਣ ਵਾਲਾ ਮੰਤਰ ਸਾਡੇ ਘਰ ਦੇ ਵਿੱਚ ਹੈ। ਉਹ ਪ੍ਰਾਪਰਟੀ ਅਸੀਂ ਦੂਜੇ ਨੂੰ ਦੇ ਕੇ ਫਿਰ ਉਹਨਾਂ ਦੇ ਅੱਗੇ ਰੋ ਰਹੇ ਹਾਂ ਜੀ। ਮਤਲਬ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਬਦਲਣ ਦੀ ਲੋੜ ਹੈ ਜੇ ਬਿੱਲ ਰੱਦ ਕਰਵਾਉਣੇ ਆ ਤਾਂ? ਸਵਾਲ ਬਿੱਲ ਰੱਦ ਕਰਾਉਣ ਦਾ ਨਹੀਂ ਹੈ ਜੀ। ਕੀ 5 ਜੂਨ ਤੋਂ ਪਹਿਲਾਂ ਅਸੀਂ ਸਵਰਗ ਦੇ ਵਿੱਚ ਸੀ? ਕੀ 5 ਜੂਨ ਤੋਂ ਪਹਿਲਾਂ ਸਾਰਾ ਕੁਝ ਠੀਕ ਸੀ? ਕੀ 5 ਜੂਨ ਤੋਂ ਪਹਿਲਾਂ ਕੋਈ ਸਾਨੂੰ ਤਕਲੀਫ ਨਹੀਂ ਸੀ? ਆਪਾਂ ਪਿਛਲੇ 20 ਸਾਲ ਦੇ ਵਿੱਚ ਫਿਰ 3.5-4 ਲੱਖ ਜਿਹੜੇ ਰਿਕਾਰਡ ਦੇ ਵਿੱਚ ਆਏ ਨੇ ਉਹ ਕਿਉਂ ਮਰੇ? ਕਰਜ਼ੇ ਤੋਂ ਦਬ ਕੇ। ਕੋਈ ਪੂੰਜੀਪਤੀ ਮਰਿਆ? ਇੱਕ ਵੀ ਪੂੰਜੀਪਤੀ 20 ਲੱਖ 50 ਲੱਖ ਕਰੋੜ ਦੇ ਕਰਜ਼ੇ ਤੋਂ ਮਰਿਆ ਹੋਏ? 20-50 ਹਜ਼ਾਰ ਦੇ ਕਰੋੜ ਦੇ ਕਰਜ਼ੇ 'ਚ ਮਰਿਆ ਹੋਏ? ਕੋਈ ਇੱਕ ਪੂੰਜੀਪਤੀ ਦੇਸ਼ ਦੇ ਵਿੱਚ ਦੱਸ ਦਿਓ ਮੈਨੂੰ। ਨਹੀਂ ਮਰਿਆ। ਕਿਸਾਨ ਕਿਉਂ ਮਰਦੇ ਨੇ? ਕਿਸਾਨ ਕਿਉਂ ਮਰਦੇ ਨੇ? ਇਸ ਕਰਕੇ ਮਰਦੇ ਨੇ ਜੇ 5 ਕਿੱਲੇ ਦਾ ਮਾਲਕ ਹੈ, ਉਹਨੇ 5 ਲੱਖ ਕਰਜ਼ਾ ਲਿਆ, ਉਹਦੀ 5 ਕਿੱਲੇ ਜ਼ਮੀਨ ਰਹਿਣ ਕਰ ਲਈ। 1 ਕਰੋੜ ਦੀ ਜ਼ਮੀਨ ਸੀ, ਰੁਪਈਆ ਮਿਲਿਆ ਉਹਨੂੰ 5 ਲੱਖ, ਤੇ ਕਾਰਪੋਰੇਟ ਵਾਸਤੇ ਜੇ ਉਹਦੀ 1 ਕਰੋੜ ਦੀ ਪ੍ਰਾਪਰਟੀ ਹੈ, 1 ਕਰੋੜ ਤੇ ਉਹਨੂੰ ਕਰਜ਼ਾ ਮਿਲੇਗਾ 80 ਲੱਖ। ਠੀਕ ਹੈ। ਇੱਕ ਦੀ 10 ਫੈਕਟਰੀਆਂ ਹੈ, 10 ਫੈਕਟਰੀਆਂ ਵਾਸਤੇ ਉਹਨੇ 10-10 ਕਰੋੜ ਰੁਪਈਆ ਲੈ ਲਿਆ। ਉਹਦੀ 9 ਫੈਕਟਰੀਆਂ ਬਹੁਤ ਵਧੀਆ ਚੱਲ ਰਹੀਆਂ ਨੇ, ਬਹੁਤ ਪ੍ਰੋਫਿਟ ਕਮਾ ਰਹੀਆਂ ਨੇ। 10ਵੀਂ ਫੈਕਟਰੀ ਘਾਟੇ ਚੱਲ ਰਹੀ ਹੈ। ਜਿਹੜੀ ਘਾਟੇ ਚੱਲ ਰਹੀ ਹੈ ਉਹਦਾ ਬੈਂਕ ਮਾਲਕ ਹੈ, ਜਿਹੜੀ ਮੁਨਾਫੇ ਚੱਲ ਰਹੀ ਹੈ ਉਹਦਾ ਖੁਦ ਮਾਲਕ ਹੈ। ਹੋਇਆ ਕੀ? ਜਿਹੜੀ ਘਾਟੇ ਚੱਲ ਰਹੀ ਹੈ ਉਹਦਾ ਬੈਂਕ ਮਾਲਕ ਹੈ, ਤੇ ਉਹ ਪੈਸਾ ਉਹ ਵਾਪਸ ਨਹੀਂ ਕਰ ਸਕਦੀ। ਉਹ ਫੈਕਟਰੀ ਇਕੱਲੀ ਆਪਣੇ ਬਹੁਤੀ ਬਾਕੀ ਫੈਕਟਰੀਆਂ ਨੂੰ ਬੈਂਕ ਛੇੜ ਨਹੀਂ ਸਕਦਾ, ਸਰਕਾਰ ਛੇੜ ਨਹੀਂ ਸਕਦੀ। ਫਿਰ ਉਹਨੂੰ ਬੋਲਦੇ ਨੇ NPA ਜੀ। ਵੀ ਫੈਕਟਰੀ 10,000 ਕਰੋੜ ਦੀ ਸੀ ਤੇ ਹੁਣ ਉਹ ਰਹਿ ਗਈ 5,000 ਕਰੋੜ ਦੀ, ਤੇ ਵਿਆਜ ਹੋਰ ਬਣ ਗਏ 5,000 ਕਰੋੜ ਦਾ, 10,000 ਕਰੋੜ ਵਿਆਜ ਹੋਰ ਬਣ ਗਿਆ, ਤੇ ਵਿਆਜ ਪੈਸਾ ਬਣ ਗਿਆ 20,000 ਕਰੋੜ। ਫੈਕਟਰੀ ਰਹਿ ਗਈ 5,000 ਕਰੋੜ ਦੀ, 15,000 ਕਰੋੜ NPA ਹੋ ਗਿਆ ਜੀ। ਅੱਜ 15 ਲੱਖ ਕਰੋੜ ਦਾ NPA ਹੋ ਗਿਆ, 15 ਲੱਖ ਕਰੋੜ ਦਾ ਜੀ। ਪੂਰੇ ਦੇਸ਼ ਦੇ ਕਿਸਾਨਾਂ ਤੇ ਕਰਜ਼ਾ ਇਦੋਂ ਅੱਧਾ ਹੈ ਐਗਰੀਕਲਚਰ ਕਰਜ਼ਾ ਜੀ। ਮਤਲਬ ਜਿਹੜਾ ਐਗਰੋ ਇੰਡਸਟਰੀ ਦਾ ਉਹ ਕਰਜ਼ਾ ਵੱਖਰਾ ਕੱਢ ਦਈਏ, ਐਗਰੀਕਲਚਰ ਦਾ ਕਰਜ਼ਾ ਜਿਹੜਾ ਹੈ ਉਸ ਤੋਂ ਟੋਟਲ ਦੇਸ਼ ਦੇ ਟੋਟਲ ਕਰਜ਼ੇ ਤੋਂ 2 ਗੁਣਾ NPA ਹੋ ਗਿਆ ਅੱਜ, ਜਿਹਦੇ ਚ 4 ਲੱਖ ਕਿਸਾਨ ਪਿਛਲੇ 20 ਸਾਲਾਂ ਚ ਮਰ ਗਏ ਜੀ। ਜਿਹੜੇ ਰਿਕਾਰਡ ਚ ਆਏ, ਜਿਹੜੇ ਰਿਕਾਰਡ ਚ ਨਹੀਂ ਆਏ ਉਹ ਕਿੱਥੇ ਨੇ? ਕੀ ਅਸੀਂ 5 ਜੂਨ ਤੋਂ ਪਹਿਲਾਂ ਅਸੀਂ ਸੁਖੀ ਬਸਦੇ ਸੀ ਜੀ? ਵਿਵਸਥਾ ਬਦਲਣ ਦੀ ਗੱਲ ਹੈ, ਹਾਲਾਤ ਬਦਲਣ ਦੀ ਗੱਲ ਹੈ। ਅੱਜ 1/3 ਕਿਸਾਨ ਜਿਹੜੇ ਬੰਦੇ ਨੇ ਉਹਨਾਂ ਦੀ ਆਮਦਨ 30 ਰੁਪਏ ਤੋਂ ਘੱਟ ਪ੍ਰਤੀ ਵਿਅਕਤੀ। 30 ਰੁਪਏ ਚ ਬੰਦਾ ਜਿਉਂਦਾ ਰਹਿ ਸਕਦਾ ਹੈ? ਕਿੱਥੇ ਮਰ ਗਈ ਸਾਡੀ ਸਰਕਾਰ? ਇੱਥੇ ਤਾਂ ਸਮਾਨਤਾ ਹੈ। ਇੱਕ ਮੰਤਰੀ ਹੈ, ਅਰਬਪਤੀ ਹੈ, ਖਰਬਪਤੀ ਹੈ, ਉਹਦੇ ਘਰ ਦਾ ਕੋਈ ਜੀਵ ਬਿਮਾਰ ਹੁੰਦਾ ਹੈ, ਉਹ ਇਲਾਜ ਕਰਾਉਂਦਾ ਜਾ ਕੇ ਅਮਰੀਕਾ 'ਚ, 5 ਕਰੋੜ ਖਰਚ ਆਉਂਦਾ ਹੈ, ਸਰਕਾਰ ਖਰਚਦੀ ਹੈ। ਜੇ ਇੱਕ ਗਰੀਬ ਆਦਮੀ ਬਿਮਾਰ ਹੁੰਦਾ ਉਹਦਾ ਖਰਚਾ ਕੌਣ ਦੇਗਾ? ਮਰ ਜੇ। ਜਿਹਦੇ ਕੋਲ ਸਾਰੀ ਪ੍ਰਾਪਰਟੀ 5 ਲੱਖ ਦੀ ਨਹੀਂ ਹੈ, ਜਿਹਦੇ ਕੋਲ ਸਾਰੀ ਪ੍ਰਾਪਰਟੀ 2 ਲੱਖ ਦੀ ਵੀ ਨਹੀਂ ਹੈ, ਉਸ ਬੰਦੇ ਨੂੰ 20 ਲੱਖ ਦਾ ਇਲਾਜ ਕਰਾਉਣਾ ਪੈ ਜੇ, ਉਹ ਕਰਾ ਸਕਦਾ ਹੈ? ਇਹ ਦੇਸ਼ ਹੈ ਸਾਡਾ 70 ਸਾਲ ਬਾਅਦ। ਅਸੀਂ ਉਸ ਵਿਵਸਥਾ ਨੂੰ ਬਦਲਣ ਦੀ ਗੱਲ ਕਿਉਂ ਨਹੀਂ ਕਰਦੇ? ਫਿਰ ਅਸੀਂ ਕਹਿੰਦੇ ਆ ਐਡੇ ਮਾੜੀ ਅਕਲ ਦੇ ਬੰਦੇ ਜੇ ਕਹਿੰਦੇ ਨੇ ਬਈ, ਕਹਿੰਦੇ ਨਹੀਂ ਕਿਸਾਨਾਂ ਨੂੰ ਰਾਜਨੀਤੀ 'ਚ ਨਹੀਂ ਆਉਣਾ ਚਾਹੀਦਾ। ਕਿਉਂ? ਕਿਸੇ ਦੇ ਪਿਓ ਦੀ ਰਾਜਨੀਤੀ, ਕਿਸਾਨਾਂ ਨੂੰ ਰਾਜਨੀਤੀ 'ਚ ਨਹੀਂ ਆਉਣਾ ਚਾਹੀਦਾ, ਇਹ ਪਾਪ ਹੈ। ਜੇ ਇਹ ਪਾਪ ਹੈ ਫਿਰ ਉਹ ਪਾਪ ਕਿਉਂ ਕਰ ਰਹੇ ਨੇ? ਉਹਨਾਂ ਪਾਪੀਆਂ ਨੂੰ ਮਾਰੋ ਪਹਿਲਾਂ, ਜਿਨ੍ਹਾਂ ਲੁੱਟਿਆ ਸਾਡਾ ਦੇਸ਼। 50 ਸਾਲਾਂ ਤੋਂ ਸ਼ਾਇਦ ਹੈ ਪੰਜਾਬ ਦੀ ਜਿਹੜੀ ਆਮਦਨ ਵੀ ਆ, ਹੋਰ ਵੀ ਕਈ ਅਸੀਂ ਗੱਲਾਂ ਕਰੀਏ ਤਾਂ ਦਿਨੋਂ ਦਿਨ ਥੱਲੇ ਡਿੱਗਦੀ ਜਾ ਰਹੀ। ਪਰ ਤੁਹਾਡੇ ਇੱਕ ਬਿਆਨ ਦੇ ਨਾਲ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਚਿੰਗਾਰੀ ਲੱਗ ਚੁੱਕੀ ਹੈ, ਇਸ ਸਮੇਂ ਤੁਹਾਡੇ ਮੂੰਹ ਵੱਲ ਵੇਖ ਰਹੇ ਨੇ ਲੋਕ। ਮੈਂ ਤੇ ਕਹਿੰਦਾ ਚਿੰਗਾਰੀ ਨਹੀਂ, ਇਹ ਅੱਗ ਲੱਗਣੀ ਚਾਹੀਦੀ ਹੈ। ਦੇਸ਼ ਦੇ ਵਿੱਚ ਅੱਗ ਲੱਗਣੀ ਚਾਹੀਦੀ ਹੈ। ਕਿਵੇਂ ਬਚਾਓਗੇ ਇਸ ਦੇਸ਼ ਨੂੰ? ਕਿਹਦਾ ਦੇਸ਼ ਹੈ ਇਹ? ਜਿਹੜਾ ਸੋਨੇ ਦੀ ਚਿੜੀ ਸੀ ਉਹ ਦੇਸ਼ ਹੈ? ਇਹ ਉਹ ਦੇਸ਼ ਬਚਿਆ ਜਿਹੜੇ ਸੋਨੇ ਦੀ ਚਿੜੀ ਸੀ? ਇਹ ਉਹ ਦੇਸ਼ ਹੈ ਜਿਹਦਾ ਉੱਤਮ ਖੇਤੀ ਮੱਧਮ ਵਪਾਰ ਸੀ? ਇਹ ਉਹ ਦੇਸ਼ ਬਚਿਆ? ਇਹ ਦੇਸ਼ ਨੂੰ ਆਖਰ ਬਰਬਾਦੀ ਤੋਂ ਕੌਣ ਰੋਕੇਗਾ ਤੇ ਕਦੋਂ ਰੋਕੇਗਾ ਤੇ ਕਦੋਂ ਤੱਕ ਅਸੀਂ ਇੰਤਜ਼ਾਰ ਕਰਾਂਗੇ? ਕਦੋਂ ਤੱਕ ਇੰਤਜ਼ਾਰ ਕਰਾਂਗੇ? ਇਹ ਜਿਹੜੇ ਕੁਰਸੀਆਂ ਤੇ ਬੈਠੇ ਨਾ ਚੋਰ, ਇਹ ਖਾ ਕੇ ਦੇਸ਼ ਨੂੰ ਲੁੱਟ ਕੇ, ਇਹ ਮਿਲ ਕੇ ਕੰਪਨੀਆਂ ਦੇ ਨਾਲ, ਮਿਲ ਕੇ ਕਾਰਪੋਰੇਟ ਦੇ ਨਾਲ ਉਹਨਾਂ ਤੋਂ ਰਿਸ਼ਵਤਾਂ ਲੈ ਕੇ, ਜਿਹਨੂੰ ਕਹਿੰਦੇ ਨੇ ਚੁਣਾਵੀ ਚੰਦਾ, ਕਿਉਂ ਚੰਦੇ ਦਾ ਹਿਸਾਬ ਨਹੀਂ? ਕਿਉਂ ਸਾਰੀ ਪਾਰਟੀਆਂ ਮਿਲੀਆਂ ਹੋਈਆਂ?
ਕਿਉਂ ਕਾਨੂੰਨ ਬਣਾਤਾ? ਚੰਦੇ ਦਾ ਕੋਈ ਹਿਸਾਬ ਕੋਈ ਪਾਰਟੀ ਨਹੀਂ ਦੇਗੀ। ਕਾਨੂੰਨ ਹੱਦ ਹੋ ਗਈ। ਕਿੱਥੋਂ ਚੰਦਾ ਆਇਆ, ਕਿੰਨਾ ਖਰਚਿਆ, ਕਿੰਨਾ ਬਚਿਆ, ਕੋਈ ਹਿਸਾਬ ਨਹੀਂ ਦੇਗੀ। ਕਾਨੂੰਨ ਹੀ ਬਣਾਤਾ ਇਹਨਾਂ ਤੇ। ਇੱਥੋਂ ਤੱਕ ਕਾਨੂੰਨ ਬਣਾਤੇ, ਪਹਿਲਾਂ ਬੰਦਾ ਬਾਹਰੋਂ ਚੰਦਾ ਨਹੀਂ ਸੀ ਲੈ ਸਕਦੀ ਰਾਜਨੀਤਿਕ ਪਾਰਟੀ ਵਿਦੇਸ਼ ਤੋਂ। ਇਹਨਾਂ ਨੇ 2018 ਚ ਉਹ ਵੀ ਕਾਨੂੰਨ ਬਣਾਤਾ, ਬਾਹਰੋਂ ਚੰਦਾ ਲੈ ਸਕਦੀ ਹੈ। ਇਹਦਾ ਮਤਲਬ ਤੇ ਅਮਰੀਕਾ ਸਾਨੂੰ ਪੈਸਾ ਦੇਗਾ, ਅਮਰੀਕਾ ਪੈਸਾ ਦੇ ਕੇ ਪਾਰਟੀ ਖੜੀ ਕਰਾਏਗਾ, ਫਿਰ ਅਮਰੀਕਾ ਆਪਣੇ ਕਾਨੂੰਨ ਬਣਵਾਏਗਾ। ਇਹ ਚੱਲੇਗਾ ਸਾਡੇ ਦੇਸ਼ 'ਚ। ਇਹ ਵੀ ਬਹੁਤ ਵੱਡਾ ਸਵਾਲ ਹੈ। ਤੁਹਾਨੂੰ ਲੱਗਦਾ ਫਿਰ ਸਿਆਸਤ ਕਰਨੀ ਚਾਹੀਦੀ ਆ ਪੰਜਾਬ ਦੇ ਵਿੱਚ? ਜੋ ਮਿਸ਼ਨ ਪੰਜਾਬ ਨੂੰ ਤੁਸੀਂ ਗੱਲ ਕਹੀ ਆ, ਅੱਗੇ ਵੀ ਚਲਾਓਗੇ? ਮੈਂ ਤੇ ਕਹਿੰਦਾ ਇਹਨਾਂ ਨੂੰ ਉਖਾੜ ਫੇंकਣਾ ਚਾਹੀਦਾ। ਇੱਕ ਸੀਟ ਵੀ ਨਾ ਆਏ ਇਹਨਾਂ ਨੂੰ, ਇੱਕ ਸੀਟ ਵੀ ਨਾ ਆਏ ਜੀ। ਰਿਕਸ਼ੇ ਵਾਲੇ ਨੂੰ ਬਣਾਓ ਐਮਐਲਏ, ਖੇਤ ਦੇ ਵਿੱਚ ਕਹੀ ਚਲਾਉਣ ਵਾਲੇ ਨੂੰ ਬਣਾਓ ਐਮਐਲਏ, ਰੇੜੀ ਲਾਉਣ ਵਾਲੇ ਨੂੰ ਬਣਾਓ ਐਮਐਲਏ ਜੀ। ਉਹਨਾਂ ਨੂੰ ਬਣਾਓ ਐਮਐਲਏ, ਦੱਸਣਗੇ ਰਾਜ ਕਿਵੇਂ ਚੱਲਦਾ ਹੈ ਜੀ। ਉਹਨਾਂ 'ਚ ਇੰਜੀਨੀਅਰ ਬੰਦੇ ਨੇ ਕੀਤੀ ਹੋਈ ਹੈ, 8000 ਦੀ ਨੌਕਰੀ ਨਹੀਂ ਮਿਲਦੀ। ਬਿਲਕੁਲ। ਕਿ ਕਿੱਥੇ ਸਾਡਾ ਦੇਸ਼ ਬਚਿਆ ਹੈ? ਜਿਹੜਾ ਨਿਊਨਤਮ ਮਜ਼ਦੂਰੀ ਹੈ, ਨਿਊਨਤਮ ਘੱਟ ਤੋਂ ਘੱਟ, ਉਹ ਘੱਟ ਤੋਂ ਘੱਟ ਵੀ ਮੇਰੇ ਖਿਆਲ ਹਰਿਆਣੇ 'ਚ 9,500 ਇਸ ਟਾਈਮ। 6000 ਨਹੀਂ ਮਿਲਦੇ। 6000 ਸਰਕਾਰ ਬੈਠੀ ਹੈ, ਕਿੱਥੇ ਮਰ ਗਿਆ ਮਹਿਕਮਾ ਲੇਬਰ ਡਿਪਾਰਟਮੈਂਟ? ਕਿਉਂ? ਫੈਕਟਰੀ ਵਾਲੇ ਨਾਲ ਮਿਲੇ ਨੇ, ਕੰਪਨੀਆਂ ਦੇ ਨਾਲ ਮਿਲੇ ਨੇ, ਉੱਥੋਂ ਲੈਂਦੇ ਨੇ ਰਿਸ਼ਵਤਾਂ। ਆਖਰ ਇਹ ਦੇਸ਼ ਨੂੰ ਸੁਧਾਰੇਗਾ ਕੌਣ? ਕਦੇ ਤੇ ਅੱਗੇ ਆਉਣਾ ਹੀ ਪਏਗਾ। ਤੁਸੀਂ ਤਿਆਰ ਹੋ ਸੁਧਾਰਨ ਦੇ ਲਈ? ਮਿਸ਼ਨ ਪੰਜਾਬ ਦੇ ਲਈ ਤਿਆਰ ਹੋ? ਫਿਰ ਤੁਸੀਂ ਅੱਗੇ ਸਿਆਸਤ ਕਰੋਗੇ? ਫਿਰ ਜੇ ਮੇਰੇ ਬਸ ਦਾ ਹੁੰਦਾ ਜੀ, ਮੈਂ ਤੇ ਕਦੋਂ ਨਾ ਸੁਧਾਰ ਦਿੰਦਾ। ਇਹ ਉਸ ਮਾਲਕ ਦੇ ਹੱਥ, ਉਸ ਪਰਵਰਦੀਗਾਰ ਦੇ ਹੱਥ 'ਚ। ਪਰ ਤੁਸੀਂ ਦੇਖ ਸਕਦੇ ਹੋ ਵਿਦੇਸ਼ਾਂ ਤੋਂ ਵੀ, ਯੂਕੇ ਤੋਂ NRI ਜਿੰਨੇ ਵੀ ਵੀਰ, ਉਹਨਾਂ ਜਿੰਨਾ ਵੀ ਗੱਠ ਜੋੜਾ, ਉਹ ਸਾਰੇ ਤੁਹਾਡੀ ਸਪੋਰਟ ਦੇ ਨਾਲ ਖੜੇ ਨੇ। ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਜੇ ਇਦਾਂ ਦੀਆਂ ਪਾਰਟੀਆਂ ਦਾ ਸਫਾਇਆ ਕਰਨਾ ਤਾਂ ਅਸੀਂ ਚੜੂਨੀ ਸਾਹਿਬ ਨੂੰ ਸਪੋਰਟ ਕਰਦੇ ਹਾਂ। ਮੈਂ ਕੋਈ ਏਡਾ ਵੱਡਾ ਲੀਡਰ ਨਹੀਂ, ਮੈਨੂੰ ਸਪੋਰਟ ਕਰਦੇ ਨੇ। ਮੈਂ ਕਿਹੜੇ ਖੇਤੀ ਮੂਲੀ ਆ ਜੀ? ਮੈਂ ਤੇ ਸਾਦਾ ਜਿਹਾ ਬੰਦਾ, ਮੈਂ ਕੋਈ ਲੀਡਰ ਆ? ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਵੀ ਹੋਰ ਚਾਰਾ ਨਹੀਂ ਹੈ, ਕੋਈ ਚਾਰਾ ਨਹੀਂ ਹੈ। ਉਹ ਮੈਂ ਧੰਨਵਾਦ ਕਰਨਾ ਚਾਹਾਂਗਾ ਜਿਹੜੇ ਸਾਡੇ ਭਰਾ ਬਾਹਰ ਬੈਠੇ ਨੇ, ਉਹਨਾਂ ਨੂੰ ਸਾਡੇ ਦੇਸ਼ ਦੀ ਚਿੰਤਾ ਹੈ। ਬਿਲਕੁਲ। ਜਿਹੜਾ ਵਿਦੇਸ਼ 'ਚ ਬੈਠਾ ਉਹਨੂੰ ਸਾਡੇ ਦੇਸ਼ ਦੀ ਚਿੰਤਾ ਹੈ। ਉਹਨੇ ਸਾਡੇ ਦੇਸ਼ ਦੀ ਮਿੱਟੀ 'ਚ ਪਲਿਆ ਹੈ, ਸਾਡੇ ਦੇਸ਼ ਦਾ ਪਾਣੀ ਪੀਤਾ, ਸਾਡੇ ਦੇਸ਼ ਦਾ ਅੰਨ ਖਾਦਾ ਹੈ, ਉਹਨੂੰ ਬਾਹਰ ਬੈਠੇ ਨੂੰ ਚਿੰਤਾ ਹੈ। ਆ ਜਿਹੜੇ ਪਾਪੀ ਸਾਡੇ ਦੇਸ਼ ਦਾ ਮਾਲ ਖਾ ਕੇ ਪਲ ਗਏ ਨਾ, ਆ ਜਿਹੜੇ ਬਰਬਾਦ, ਇਹਨਾਂ ਨੂੰ ਸਾਡੇ ਦੇਸ਼ ਦੀ ਚਿੰਤਾ ਨਹੀਂ ਹੈ ਜੀ। ਇਹਨਾਂ ਨੇ ਬਰਬਾਦ ਕਰਕੇ ਰੱਖਤਾ ਦੇਸ਼। ਤੇ ਇਸ ਟਾਈਮ ਲੋੜ ਹੈ ਲੋਕਾਂ ਨੂੰ ਜਾਗਣ ਦੀ ਜੀ। ਇਸ ਟਾਈਮ ਲੋੜ ਹੈ ਇਹਨਾਂ ਨੂੰ ਸੱਤਾ ਖੋਣ ਦੀ। ਇਹਨਾਂ ਦੀ ਜਗ੍ਹਾ ਤੇ ਜੇਲ੍ਹ 'ਚ ਹੋਣੀ ਚਾਹੀਦੀ ਹੈ, ਜਿਹੜਾ ਲੁੱਟ ਕੇ ਸਾਨੂੰ। ਕਿਉਂਕਿ ਅੱਗੇ ਵੀ 2022 ਦੀਆਂ ਇਲੈਕਸ਼ਨ ਦੇ ਵਿੱਚ ਵੀ ਚੋਣ ਪ੍ਰਚਾਰ ਕੀਤਾ ਜਾਂਦਾ, ਉਹਨਾਂ ਵੱਲੋਂ ਸੀਟਾਂ ਕੀਤੀਆਂ ਜਾ ਰਹੀਆਂ, ਪਰ ਕਿਸੇ ਨੇ ਵੀ ਲੀਡਰ ਨੇ ਇਹ ਨਹੀਂ ਕਿਹਾ ਕਿ ਸਾਡੀ ਪਾਰਟੀ ਆਉਂਦੀ ਆ ਤਾਂ ਅਸੀਂ ਬਿੱਲ ਰੱਦ ਕਰਦੇ ਹਾਂ। ਮੈਂ ਕਹਿੰਦਾ ਇਹ ਮਾਡਰਨ ਡਾਕੂ ਨੇ ਜੀ। ਪਹਿਲਾਂ ਡਾਕੂ ਚੰਬਲ ਦੀ ਘਾਟੀ 'ਚ ਹੁੰਦੇ ਸੀ, ਹੁਣ ਵਿਧਾਨ ਸਭਾ ਤੇ ਸੰਸਦ ਦੇ ਵਿੱਚ ਬਹਿ ਗਏ ਨੇ ਆ ਕੇ। ਇਹ ਹਾਲ ਹੋ ਗਿਆ। ਇਹ ਮਾਡਰਨ ਡਾਕੂ ਨੇ, ਕਾਨੂੰਨ ਬਣਾ ਕੇ ਲੁੱਟਦੇ ਨੇ ਜੀ, ਕਾਨੂੰਨ ਬਣਾ ਕੇ ਲੁੱਟਦੇ ਨੇ। ਮਤਲਬ ਹੱਦ ਹੀ ਹੋ ਗਈ। ਇੱਕ ਬੰਦੇ ਦੀ ਆਮਦਨ 2150 ਕਰੋੜ ਇੱਕ ਸਾਲ ਦੀ, ਇੱਕ ਦਿਨ ਦੀ 2150 ਕਰੋੜ। 9000 ਕਿੱਲੇ ਲੈ ਸਕਦਾ ਪੰਜਾਬ ਦੇ ਵਿੱਚ ਅੰਬਾਨੀ ਇੱਕ ਦਿਨ ਦੇ ਵਿੱਚ। ਇੱਕ ਬੰਦੇ ਦੀ 30 ਰੁਪਏ ਰੋਜ਼ ਦੀ, ਫਿਰ ਵੀ 30 ਰੁਪਏ ਵਾਲੇ ਨੂੰ ਲੁੱਟੋ, ਫਿਰ ਵੀ ਕੋਈ ਸ਼ਰਮ ਨਹੀਂ। ਉਹ ਆਖਰ ਕਰੋਗੇ ਕੀ? ਕਿੱਥੇ ਖਾ ਕੇ ਮਰੋਗੇ ਇੰਨੇ ਪੈਸੇ ਨੂੰ ਜੀ? ਵੰਡਦੇ ਲੋਕਾਂ। ਮੈਂ ਤੇ ਇਹ ਕਹਿੰਦਾ ਉਹਨਾਂ ਨੂੰ, ਜੇ ਕਿਤੇ ਅੰਬਾਨੀ ਦੇ ਡੰਡੇ ਦੀ ਸਮਝ ਚਾਹਦੇ ਨਾ, ਆ ਜਿਹੜਾ ਲੋਕ ਬੈਠੇ ਨੇ ਤੇ ਕਿਵੇਂ ਸੇਵਾ ਕਰਦੇ ਨੇ ਇੱਥੇ ਆ ਕੇ, ਸੇਵਾਦਾਰ ਜੀ ਕਿਵੇਂ ਆ ਕੇ ਕੱਪੜੇ ਵੰਡ ਰਹੇ ਨੇ, ਕਿਵੇਂ ਆ ਕੇ ਲੋਕ ਲੰਗਰ ਚਲਾ ਰਹੇ ਨੇ। ਜੇ ਕਿਤੇ ਉਹਨਾਂ ਦੀ ਸਮਝ ਚਾਹਦੇ ਨਾ, ਜੇ ਕਿਤੇ ਉਹ ਫ੍ਰੀ ਲੰਗਰ ਚਲਾ ਦੇਣ ਨਾ, ਕਿਤੇ ਉਹ ਭੁੱਖਿਆਂ ਨੂੰ ਦੇਣ ਲੱਗ ਜਾਣ ਨਾ, ਕਿਤੇ ਉਹ ਨੰਗਿਆਂ ਨੂੰ ਕੱਪੜੇ ਦੇਣ ਲੱਗ ਜਾਣ ਨਾ, ਇਹ ਦੇਸ਼ ਸਵਰਗ ਬਣ ਜਾਏ। ਪੈਸਾ ਹੈ, ਮਾਲ ਹੈ, ਪਰ ਕਿਸੇ ਦਾ ਹੱਕ ਕੋਈ ਖਾ ਗਿਆ ਜੀ। ਚੜੂਨੀ ਸਾਹਿਬ ਜੀ, ਤੁਸੀਂ ਇਹ ਪੰਜਾਬ ਦੇ ਦਰਦ ਨੂੰ ਦੇਖਦਿਆਂ ਹੋਇਆਂ, ਪੂਰੇ ਦੇਸ਼ ਦੇ ਦਰਦ ਨੂੰ ਦੇਖਦਿਆਂ ਹੋਇਆਂ ਤੁਸੀਂ ਇਹ ਬਿਆਨ ਦਾਗਿਆ ਹੈਗਾ, ਪਰ ਕੋਈ ਕਹਿ ਰਹੇ ਨੇ ਕਿ ਇਹ ਚੜੂਨੀ ਸਾਹਿਬ ਦਾ ਇੰਡੀਵਿਜੂਅਲ ਬਿਆਨ ਹੈਗਾ। ਤੁਹਾਡੇ ਨਾਲ ਸਹਿਮਤ ਹੋਣ ਦੀ ਬਜਾਏ ਉਹ ਇਹ ਕਹਿ ਰਹੇ ਨੇ ਕਿ ਅਸੀਂ ਉਹਨਾਂ ਨਾਲ ਬਿਲਕੁਲ ਸਹਿਮਤ ਨਹੀਂ ਹੈਗੇ। ਨਹੀਂ ਹੈ ਤੇ ਮੇਰਾ ਇੰਡੀਵਿਜੂਅਲ ਬਿਆਨ ਹੀ ਹੈ, ਮੇਰਾ ਇੰਡੀਵਿਜੂਅਲ ਬਿਆਨ ਹੈ। ਸਭ ਨੂੰ ਪੈਣਾ ਸੀ ਨਾ, ਸਭ ਨੂੰ ਸੋਚਣਾ ਚਾਹੀਦਾ। ਮੈਂ ਉਹੀ ਤੇ ਕਹਿ ਰਿਹਾ ਵਾਂ ਕਿ ਵੀ ਇੰਨੇ ਬੁੱਧੀਜੀਵੀ ਨੇ ਪੰਜਾਬ 'ਚ, ਇੰਨੇ ਸਮਝਦਾਰ ਲੋਕ ਨੇ ਪੰਜਾਬ ਦੇ, ਸਭ ਤੋਂ ਸਮਝਦਾਰ ਲੋਕ ਨੇ ਪੰਜਾਬ ਦੇ, ਬਹਾਦਰ ਲੋਕ ਨੇ ਪੰਜਾਬ ਦੇ। ਤੇ ਉਹਨਾਂ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ, ਸਾਰਿਆਂ ਨੂੰ ਸੋਚਣਾ ਚਾਹੀਦਾ। ਕੋਈ ਵੱਡਾ ਹੈ ਤੇ ਭਾਵੇਂ ਕੋਈ ਛੋਟਾ ਹੈ, ਸਭ ਤੋਂ ਪਹਿਲਾਂ ਇਸ
ਦੇਸ਼ ਵਾਸਤੇ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ। ਜੀ। ਜਿਹੜੇ ਦੇਸ਼ ਦੀ ਹਾਲਤ ਬਣਾਤੀ ਨਾ, ਕਹਿੰਦੇ ਨੇ ਅੰਗਰੇਜ਼ਾਂ ਦਾ ਗੁਲਾਮ ਸੀ, ਅੰਗਰੇਜ਼ਾਂ ਨੇ ਕੁਝ ਵੀ ਨਹੀਂ ਕੀਤਾ ਇਹਨਾਂ ਦੇ ਮੁਕਾਬਲੇ। ਅੰਗਰੇਜ਼ ਤੇ ਸਾਡੇ ਦੁਸ਼ਮਣ ਸੀ, ਸਾਡਾ ਪੈਸਾ ਲੁੱਟ ਕੇ ਬਾਹਰ ਲਿਜਾ ਰਹੇ ਸੀ। ਆਹ ਕਿਹੜੇ ਪਾਪੀ ਹੋ ਗਏ ਜਿਹੜਾ ਸਾਡੇ ਦੇਸ਼ ਦਾ ਪੈਸਾ ਆਪ ਲੁੱਟ ਕੇ ਆਪ ਬਾਹਰ ਜਮ੍ਹਾਂ ਕਰਾ ਕੇ ਆ ਰਹੇ ਨੇ? ਇਹ ਕਿਹੜੇ ਹੋ ਗਏ? ਉਹ ਕਹਾਵਤ ਇੱਕ ਕਹਿੰਦਾ ਇੱਥੋਂ ਦਾ ਨੇਤਾ ਮਰ ਗਿਆ, ਉਹ ਧਰਮਰਾਜ ਕੋਲ ਗਏ ਤੇ ਉਹ ਧਰਮਰਾਜ ਨੂੰ ਨਰਕ 'ਚ ਪਾਤਾ ਤੇ ਉਹਨੇ ਸਵਾਲ ਕੀਤਾ, ਕਹਿੰਦਾ ਯਾਰ ਇਹ ਅੰਗਰੇਜ਼ ਮਰਿਆ, ਇਹਨੂੰ ਤੁਸੀਂ ਸਵਰਗ ਦਿੱਤਾ ਹੈ ਤੇ ਮੈਨੂੰ ਤੁਸੀਂ ਨਰਕ ਦੇ ਦਿੱਤਾ। ਇਹਨਾਂ ਨੇ ਸਾਡੇ ਦੇਸ਼ ਨੂੰ ਲੁੱਟਿਆ ਤੇ ਮੈਨੂੰ ਤੁਸੀਂ ਨਰਕ ਦੇ ਦਿੱਤਾ। ਉਹ ਧਰਮਰਾਜ ਨੇ ਜਵਾਬ ਦਿੱਤਾ, ਕਹਿੰਦਾ ਇਹ ਜਿਹੜਾ ਹੈ ਇਹ ਆਪਣੇ ਦੇਸ਼ ਵਾਸਤੇ ਲੁੱਟ ਰਿਹਾ ਸੀ। ਇਹ ਜਿਹੜਾ ਅੰਗਰੇਜ਼ ਹੈ ਇਹ ਆਪਣੇ ਦੇਸ਼ ਦਾ ਫਾਇਦਾ ਕਰਨ ਵਾਸਤੇ ਤੁਹਾਡੇ ਦੇਸ਼ ਨੂੰ ਲੁੱਟ ਰਿਹਾ ਸੀ, ਪਰ ਤੁਸੀਂ ਉਹ ਨੇਤਾ ਹੋ ਜਿਹੜੇ ਦੂਜੇ ਦੇਸ਼ ਦਾ ਫਾਇਦਾ ਕਰਨ ਵਾਸਤੇ ਆਪਣੇ ਦੇਸ਼ ਨੂੰ ਲੁੱਟ ਰਹੇ ਹੋ, ਆਪਣੇ ਦੇਸ਼ ਦਾ ਪੈਸਾ ਲੁੱਟ ਕੇ ਬਾਹਰ ਜਮ੍ਹਾਂ ਕਰਾ ਕੇ ਆ ਰਹੇ ਹੋ। ਦੇਸ਼ਵਾਸੀ ਵੀ ਨਾ ਹੋਏ ਫਿਰ ਤਾਂ ਕਿੱਥੇ ਹੋਏ ਦੇਸ਼ ਦੇ ਗੱਦਾਰ? ਜੇ ਆਪਣੇ ਦੇਸ਼ ਦਾ ਜਿਹੜਾ ਪੈਸਾ ਲੁੱਟ ਕੇ ਬਾਹਰ ਜਮ੍ਹਾਂ ਕਰਾ ਕੇ ਆਏ, ਉਦੋਂ ਵੱਡਾ ਦੇਸ਼ ਦਾ ਗੱਦਾਰ ਕੀ ਹੋ ਸਕਦਾ ਹੈ ਜੀ। ਤੇ ਇੱਥੋਂ ਤੱਕ ਦੀ ਪਾਲਿਸੀਆਂ ਨੇ, ਸਾਡੇ ਦੇਸ਼ 'ਚ ਮਾਲ ਪੈਦਾ ਹੋ ਸਕਦਾ ਹੈ ਪਰ ਕਮਿਸ਼ਨ ਦੇ ਲਾਲਚ ਦੇ ਵਿੱਚ ਬਾਹਰੋਂ ਮਾਲ ਮੰਗਾ ਰਹੇ ਨੇ। ਤੁਸੀਂ ਉਦਾਹਰਨ ਦਿਆਂ ਮੈਂ ਤੁਹਾਨੂੰ ਇੱਕ ਟਾਈਮ ਸੀ ਜਦੋਂ ਸਾਡੇ ਦੇਸ਼ ਦੇ ਵਿੱਚ ਖਾਣ ਵਾਲਾ ਤੇਲ, ਸਰੋਂ ਦਾ ਤੇਲ, ਖਾਣ ਵਾਲਾ ਤੇਲ 97% ਜਿੰਨਾ ਸਾਡੇ ਦੇਸ਼ 'ਚ ਖਪਤ ਹੁੰਦੀ ਹੈ 97% ਆਪਣਾ ਪੈਦਾ ਹੁੰਦਾ ਸੀ। ਪਰ ਇਹਨਾਂ ਕੀ ਕੀਤਾ, ਬਾਹਰੋਂ ਮੰਗਾਉਣਾ ਸ਼ੁਰੂ ਕਰਤਾ, ਕਿਉਂ? ਉਹਦੇ 'ਚ ਕਮਿਸ਼ਨ ਮਿਲਦੀ ਹੈ, ਉਹਦੇ 'ਚ ਬੱਚਤ ਹੁੰਦੀ ਹੈ, ਵਪਾਰੀ ਦਿੰਦੇ ਨੇ ਪੈਸਾ, ਤੇ ਉਹ ਬਾਹਰੋਂ ਮੰਗਾਉਣਾ ਸ਼ੁਰੂ ਕਰਤਾ। ਤੇ ਅੱਜ ਹਾਲਤ ਇਹ ਹੈ ਸਾਡੇ ਦੇਸ਼ ਦੇ ਵਿੱਚ 50% ਦੇ ਕਰੀਬ ਰਹਿ ਗਿਆ। ਉਹ ਨੁਕਸਾਨ ਕਿਹਦਾ ਹੋਇਆ? 70-80 ਹਜ਼ਾਰ ਕਰੋੜ ਅੱਜ ਅਸੀਂ ਬਾਹਰ ਭੇਜ ਰਹੇ ਹਾਂ ਖਾਣ ਦਾ ਤੇਲ ਮੰਗਾਉਣ ਵਾਸਤੇ, ਜਿਹੜਾ ਸਾਡੇ ਦੇਸ਼ 'ਚ ਪੈਦਾ ਹੋ ਸਕਦਾ ਸੀ, ਪੈਦਾ ਹੋ ਸਕਦਾ ਹੈ। ਫਿਰ ਇਹ ਕਹਿੰਦੇ ਨੇ ਅਸੀਂ ਖਰੀਦ ਨਹੀਂ ਸਕਦੇ, ਅਸੀਂ ਤੁਹਾਨੂੰ MSP ਨਹੀਂ ਦੇ ਸਕਦੇ। ਆਪਣੀ ਨੀਤੀਆਂ ਸੁਧਾਰੋ, ਸਭ ਕੁਝ ਦੇ ਸਕਦੇ ਹਾਂ। ਤੇ ਇਸ ਕਰਕੇ ਇਸ ਦੇਸ਼ ਨੂੰ ਬਚਾਉਣ ਵਾਸਤੇ ਜ਼ਰੂਰੀ ਹੈ। ਮੈਂ ਕੋਈ ਬਹੁਤਾ ਲੰਬਾ ਚੌੜਾ ਗਿਆਨੀ ਤੇ ਹੈ ਨਹੀਂ ਜੀ, ਮੈਂ ਤੇ ਸਿੱਧਾ ਸਾਦਾ ਜਾਂ ਇੱਕ ਕਿਸਾਨ ਤੇ ਪਰ ਇਹ ਜਿਹੜੇ ਪਰਮਾਤਮਾ ਦੇ ਜੀਆਂ ਨੂੰ ਜਿਹੜਾ ਕੀੜੇ ਮਕੌੜੇ ਸਮਝ ਰਹੇ ਨੇ ਨਾ, ਇਹ ਹੁੰਦੇ ਤੇ ਕੀੜੇ ਮਕੌੜੇ ਵੀ ਪਰਮਾਤਮਾ ਦੇ ਜੀ ਹੀ ਨੇ, ਪਰ ਇੱਥੇ ਤੇ ਬੰਦੇ ਕੀੜੇ ਮਕੌੜੇ ਦੀ ਗਿਣਤੀ 'ਚ ਆ ਗਏ। ਇਲਾਜ ਇਹਨਾਂ ਕੋਲ ਨਹੀਂ, ਪੜ੍ਹਾਈ ਇਹਨਾਂ ਕੋਲ ਨਹੀਂ, ਰਹਿਣ ਵਾਸਤੇ ਮਕਾਨ ਨਹੀਂ, 2 ਟਾਈਮ ਦੀ ਰੋਟੀ ਕਿੰਨਿਆਂ ਨੂੰ ਨਹੀਂ ਮਿਲਦੀ। ਭੁੱਖਮਰੀ 'ਚ 102ਵੇਂ ਸਥਾਨ 'ਤੇ ਹੈ ਸਾਡਾ ਦੇਸ਼ 107 ਦੇਸ਼ਾਂ ਦੇ ਵਿੱਚ ਭੁੱਖਮਰੀ 'ਚ। 2014 ਦੇ ਵਿੱਚ ਰਾਸ਼ਟਰੀ ਨਮੂਨਾ ਸਰਵੇਖਣ ਦੀ ਰਿਪੋਰਟ ਆਈ ਹੈ, 45% ਬੱਚੇ ਸਾਡੇ ਕੁਪੋਸ਼ਣ ਦਾ ਸ਼ਿਕਾਰ ਨੇ। ਇਹ ਤੋਂ ਵੱਡਾ ਪਾਪ ਕੀ ਹੋਏਗਾ? ਪੈਸਾ ਹੈ ਨਹੀਂ ਸਾਡੇ ਕੋਲ, ਪੈਸਾ ਹੈ, ਨਾਜ ਹੈ, ਖਾਣ ਵਾਸਤੇ ਮਾਲ ਹੈ, ਆਪਾਂ ਨਹੀਂ ਦੇ ਸਕਦੇ ਉਹਨਾਂ ਨੂੰ। ਵਿਵਸਥਾ ਨਹੀਂ ਹੈ, ਜਿਹੜਾ ਲੁੱਟੇ ਤੋਂ ਲੁੱਟ ਲੈ। ਇਹਨੂੰ ਅਗਰ ਬਦਲੇਗਾ ਕੌਣ? ਹੁਣ ਟਾਈਮ ਹੈ ਬਦਲਣ ਦਾ। ਪੰਜਾਬ ਵਾਲੇ ਭਰਾਵਾਂ ਨੂੰ ਮੈਂ ਕਹਾਂਗਾ ਵੀ ਇਹ ਤੇ ਜਿਹੜਾ ਇਹ ਪੁੰਨ ਕਮਾਈ ਲਿਓ ਤੁਸੀਂ ਜੀ। ਚੜੂਨੇ ਸਾਹਿਬ ਜੀ, ਹੁਣ ਦੇਸ਼ ਦੇ ਢਾਂਚੇ ਨੂੰ ਬਦਲਣ ਲਈ ਅੰਦੋਲਨ ਵੀ ਤਿੱਖਾ ਕੀਤਾ ਜਾ ਰਿਹਾ। ਕੱਲ ਦੀ ਰਣਨੀਤੀ ਉਲੀਕੀ ਹੈ ਵੱਧਦੀ ਮਹਿੰਗਾਈ ਨੂੰ ਲੈ ਕੇ, ਤਾਂ ਕਿਸ ਤਰ੍ਹਾਂ ਦੀ ਰਣਨੀਤੀ, ਕਿਵੇਂ ਤੁਸੀਂ ਉਹਦੇ ਵਿੱਚ ਪ੍ਰੋਗਰਾਮ ਜਿਹੜਾ ਉਲੀਕਿਆ ਹੈਗਾ? ਉਹ ਇੱਕ ਪ੍ਰਦਰਸ਼ਨ ਹੈ, ਇੱਕ ਦਿਖਾਵਾ ਹੈ ਕਿ ਆਪਾਂ ਜਿਹੜੇ ਆਪਣੇ ਟਰੈਕਟਰ, ਕਾਰਾਂ, ਜਿੰਨੇ ਵਹੀਕਲ ਨੇ ਉਹ ਆਪਾਂ ਸੜਕ ਦੇ ਕਿਨਾਰੇ ਲਾਈਨ ਲਾ ਕੇ ਖੜਾਈਏ ਜੀ, ਪਰ ਰੋਡ ਜਾਮ ਨਹੀਂ ਕਰਨਾ। 10 ਵਜੇ ਤੋਂ 12 ਵਜੇ ਤੱਕ 2 ਘੰਟੇ ਦਾ ਪ੍ਰਦਰਸ਼ਨ ਹੈ ਤੇ ਉਹ ਜੇ ਖਾਲੀ ਸਿਲੰਡਰ ਲੈ ਕੇ ਵੀ ਜਾ ਸਕਦੇ ਆ, ਭਰਿਆ ਸਿਲੰਡਰ ਨਾਲ ਜਾਣ, ਕਿਉਂਕਿ ਗਰਮੀ ਬੜੀ ਹੈ। ਖਾਲੀ ਸਿਲੰਡਰ ਵੀ ਉਹ ਸੜਕ ਦੇ ਕਿਨਾਰੇ ਰੱਖ ਕੇ ਪ੍ਰਦਰਸ਼ਨ ਕਰ ਸਕਦੇ ਨੇ। ਇਹ 2 ਘੰਟੇ ਦਾ ਪ੍ਰਦਰਸ਼ਨ ਜਿਹੜਾ ਹੈ ਪੂਰੇ ਦੇਸ਼ ਦੇ ਵਿੱਚ ਲੱਗਿਆ ਜੀ। ਥੋੜੀ ਸੰਸਦ ਤੇ ਵੀ ਗੱਲਬਾਤ ਕਰ ਲੈਂਦੇ ਆ ਕਿ ਸੰਸਦ ਮਾਰਚ ਵੀ ਕੀਤਾ ਜਾ ਰਿਹਾ ਹੈ, ਤਾਂ ਜਥਿਆਂ ਦੇ ਮਤਲਬ ਇੱਕ ਜਥੇ ਦਾ 5-5 ਜਣੇ ਜਾ ਰਹੇ। ਤੁਹਾਨੂੰ ਨਹੀਂ ਲੱਗਦਾ ਕਿ ਘੱਟ ਗਿਣਤੀ ਨੂੰ ਲੈ ਕੇ ਸਰਕਾਰ ਵੀ ਦਬਾਅ ਪਾ ਸਕਦੀ ਹੈ? ਸ਼ਾਇਦ ਉਹਦੇ ਤੇ ਪੁਨਰ ਵਿਚਾਰ ਹੋ ਜੇ ਜੀ, ਸ਼ਾਇਦ ਪੁਨਰ ਵਿਚਾਰ ਹੋ ਜੇ, ਜੇ ਦੋਸਤੋ ਕੁਝ ਰਣਨੀਤੀ ਬਦਲੀ ਜਾ ਸਕਦੀ ਹੈ। ਸ਼ਾਇਦ ਥੋੜਾ ਬਹੁਤਾ ਕੋਈ ਬਦਲਾਵ ਹੋ ਜੇ, ਕਿਉਂਕਿ ਉਹ ਕਿਸ ਤਰ੍ਹਾਂ ਜਾਣਗੇ, ਕਿਵੇਂ ਜਾਣਗੇ, ਗ੍ਰਿਫਤਾਰ ਹੋਣਗੇ, ਸਰਕਾਰ ਕੀ ਕਰੇਗੀ, ਉਹ ਅਜੇ ਕਲੀਅਰ ਜੀ ਨਹੀਂ ਹੋਈ, ਥੋੜੀ ਜਿਹੀ ਉਹ ਪੈਂਡਿੰਗ ਰਹਿੰਦੀ ਹੈ। ਉਹ ਫਿਰ ਉਸ ਤੋਂ ਬਾਅਦ ਪਹਿਲਾਂ ਕੋਈ ਕਹਿਣਾ ਗਲਤ ਹੁੰਦਾ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਜਾਂਦੇ ਜਾਂਦੇ ਕੋਈ ਸੰਦੇਸ਼ ਦੇਣਾ ਚਾਹੋਗੇ ਆਵਾਮ ਨੂੰ? ਬਿਲਕੁਲ, ਆਵਾਮ ਨੂੰ ਸੰਦੇਸ਼ ਦੇਣਾ ਚਾਹਾਂਗੇ ਵੀ ਇਹ ਦੇਸ਼ ਸਾਰਿਆਂ ਦਾ ਹੈ ਜੀ। ਇਸ ਦੇਸ਼ ਦੀ ਜਿਹੜਾ ਲੋਕਤੰਤਰ ਹੈ ਉਹ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਜਿਹਦੇ ਕੋਲ ਜ਼ਿਆਦਾ ਵੋਟ ਹੈ ਉਹਦਾ ਰਾਜ ਆਉਣਾ ਚਾਹੀਦਾ ਹੈ, ਪਰ ਜਿਹਦੇ ਕੋਲ ਘੱਟ ਵੋਟ ਹੈ ਉਹਦਾ ਰਾਜ ਆ ਰਿਹਾ ਹੈ। ਇੱਕ ਤੇ ਮਤਲਬ ਇਹ
ਲੋਕ ਜਿਹੜਾ ਹੈ ਉਸ ਗੱਲ ਨੂੰ ਸਮਝਣ। ਦੂਜੀ ਗੱਲ, ਇਹ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਹ ਧਰਮ ਯੁੱਧ ਹੈ। ਇਸ ਧਰਮ ਯੁੱਧ ਦੇ ਵਿੱਚ ਖਾਲੀ ਕਿਸਾਨ ਨਹੀਂ, ਵਪਾਰੀਆਂ ਨੂੰ ਵੀ ਆਉਣਾ ਚਾਹੀਦਾ, ਦੁਕਾਨਾਂ ਨੂੰ ਵੀ ਆਉਣਾ ਚਾਹੀਦਾ, ਮਜ਼ਦੂਰਾਂ ਨੂੰ ਵੀ ਆਉਣਾ ਚਾਹੀਦਾ। ਇਸ ਅੰਦੋਲਨ ਦੇ ਵਿੱਚ ਸਾਰਿਆਂ ਨੂੰ ਆਉਣਾ ਚਾਹੀਦਾ। ਇਹ ਧਰਮ ਯੁੱਧ ਹੈ, ਦੇਸ਼ ਨੂੰ ਬਚਾਉਣ ਦਾ ਯੁੱਧ ਹੈ। ਜੀ ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕੋ, ਇਹ ਸਨ ਗੁਰਨਾਮ ਸਿੰਘ ਚੜੂਨੀ ਜੀ, ਜਿੱਥੇ ਤੁਸੀਂ ਦੇਖਿਆ ਕਿ ਸੋਸ਼ਲ ਮੀਡੀਆ ਤੇ ਬੇਸ਼ੱਕ ਉਹਨਾਂ ਦਾ ਬਿਆਨ ਚੱਲ ਰਿਹਾ ਹੈਗਾ, ਪਰ ਉਹਨਾਂ ਦਾ ਕਹਿਣਾ ਕਿ ਇਹ ਬਿਆਨ ਸਿਰਫ ਇਦਾਂ ਹੀ ਨਹੀਂ, ਕਿਉਂਕਿ ਅੱਜ ਪੂਰੇ ਦੇਸ਼ ਦੇ ਢਾਂਚੇ ਨੂੰ ਬਦਲਣ ਲਈ ਹਰ ਕੋਈ ਸੋਚ ਰਿਹਾ ਹੈ ਕਿ ਇਹ ਸਿਆਸਤ ਹੀ ਬਹੁਤ ਗੰਦਲੀ ਹੋ ਚੁੱਕੀ ਹੈ, ਇਹਨੂੰ ਕਿਉਂ ਨਾ ਬਦਲਿਆ ਜਾਵੇ। ਸੋ ਬਣੇ ਰਹੋ ਸਿੱਖ ਸੰਗਤ ਟੀਵੀ ਦੇ ਨਾਲ। ਆਉਣ ਵਾਲੇ ਸਮੇਂ 'ਚ ਜ਼ਰੂਰ ਦੱਸਾਂਗੇ ਕਿ ਕੀ ਇਸ ਦਾ ਸਿੱਟਾ ਨਿਕਲਦਾ ਹੈ ਤਾਂ ਕੀ ਅੱਗੇ ਬਦਲਾਅ ਆ ਜਿਹੜੇ ਉਹ ਆਉਂਦੇ ਨੇ। ਸੋ ਬਣੇ ਰਹੋ ਸਿੱਖ ਸੰਗਤ ਟੀਵੀ ਦੇ ਨਾਲ।